ਹਾਲੇਲੂਇਆ। ਅਸੀਂ ਸਿੱਖਦੇ ਆ ਰਹੇ ਹਾਂ, ਜਿਹੜਾ ਵਿਵਸਥਾ ਸੁਣਨ ਤੋਂ ਕੰਨ ਫੇਰ ਲੈਂਦਾ ਹੈ, ਪਰਮੇਸ਼ਵਰ ਦਾ ਵਚਨ ਦੱਸਦਾ ਉਹਦੀ ਦੁਆ ਵੀ ਪਰਮੇਸ਼ਵਰ ਨੂੰ ਘਿਨਾਉਣੀ ਲੱਗਦੀ ਹੈ। ਔਰ ਪਿਛਲੇ ਦਿਨਾਂ 'ਚ ਅਸੀਂ ਬੜੀ ਬਰੀਕੀ ਨਾਲ ਸਿੱਖਦੇ ਆ ਰਹੇ ਹਾਂ ਕਿ ਬਹੁਤ ਸਾਰੇ ਲੋਕ ਆ ਜਿਹੜੇ ਵਿਵਸਥਾ ਨੂੰ ਤਾਂ ਨਹੀਂ ਸੁਣਨਾ ਚਾਹੁੰਦੇ, ਪਰ ਉਹ ਇਹ ਚਾਹੁੰਦੇ ਆ ਵੀ ਉਹ ਦੁਆ ਜਿਹੜੀ ਕਰਦੇ ਆ ਖੁਦਾ ਉਹਨੂੰ ਸੁਣੇ ਤੇ ਉਹਦਾ ਜਵਾਬ ਦੇਵੇ। ਇਨਸਾਨ ਉਹਦੀ ਸੁਣਦਾ ਹੈ ਜਿਹਨੂੰ ਇਨਸਾਨ ਪਸੰਦ ਕਰਦਾ ਹੈ। ਜਿਹਨੂੰ ਅਸੀਂ ਪਸੰਦ ਨਾ ਕਰਦੇ ਹੋਈਏ ਉਹਦੀ ਅਸੀਂ ਸੁਣਦੇ ਵੀ। ਉਸੇ ਤਰ੍ਹਾਂ ਜਿਹੜੇ ਲੋਕ ਪਰਮੇਸ਼ਵਰ ਦੀ ਵਿਵਸਥਾ ਨੂੰ ਨਹੀਂ ਸੁਣਨਾ ਚਾਹੁੰਦੇ, ਇਹਦਾ ਸਿੱਧਾ ਅਰਥ ਹੈ ਕਿ ਪਰਮੇਸ਼ਵਰ ਨੂੰ ਪਸੰਦ ਹੀ ਨਹੀਂ ਕਰਦੇ। ਤੇ ਜਦੋਂ ਪਰਮੇਸ਼ਵਰ ਨੂੰ ਪਸੰਦ ਹੀ ਨਹੀਂ ਕਰਦੇ ਤੇ ਫਿਰ ਪਰਮੇਸ਼ਵਰ ਵੀ ਉਹਨਾਂ ਦੀ ਕਿਉਂ ਸੁਣੇਗਾ? ਤੇ ਅਸੀਂ ਪਿਛਲੀ ਵਾਰੀ ਗੌਰ ਕੀਤਾ ਸੀਗਾ, ਫਿਰ ਸੁਣਦਾ ਤੇ ਹੈਗਾ ਆ। ਤੇ ਅਸੀਂ ਇਹ ਗੌਰ ਕੀਤਾ ਸੀਗਾ ਵੀ ਕੀ ਫਿਰ ਉਹੀ ਪਰਮੇਸ਼ਵਰ ਆ ਜਿਹਦਾ ਵਚਨ ਸਾਨੂੰ ਇਹ ਦੱਸਦਾ ਆ ਵੀ ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰਦਾ ਉਹਦੀ ਦੁਆ ਵੀ ਮੈਨੂੰ ਘਿਨਾਉਣੀ ਲੱਗਦੀ ਹੈ। ਤੇ ਫਿਰ ਪਰਮੇਸ਼ਵਰ ਆਪਣੀ ਗੱਲ ਤੋਂ ਬਦਲ ਸਕਦਾ। ਤੇ ਜਦੋਂ ਪਰਮੇਸ਼ਵਰ ਆਪਣੀ ਗੱਲ ਤੋਂ ਬਦਲ ਨਹੀਂ ਸਕਦਾ, ਇਹਦਾ ਮਤਲਬ ਫਿਰ ਜਿਹੜੀਆਂ ਲੋਕੀ ਦੁਆਵਾਂ ਕਰਦੇ ਤੇ ਉਹਨਾਂ ਦਾ ਜਵਾਬ ਉਹਨਾਂ ਨੂੰ ਮਿਲਦਾ, ਫਿਰ ਇਹ ਕੋਈ ਦੂਜਾ ਪਰਮੇਸ਼ਵਰ ਆ। ਕਿਉਂਕਿ ਇਸ ਪਰਮੇਸ਼ਵਰ ਨੇ ਤੇ ਸਾਫ਼ ਲਿਖ ਕੇ ਦੇ ਦਿੱਤਾ ਵੀ ਜਿਹੜਾ ਵਿਵਸਥਾ ਨੂੰ ਸੁਣਨਾ ਨਹੀਂ ਚਾਹੁੰਦਾ ਉਹਦੀ ਦੁਆ ਵੀ ਮੈਨੂੰ ਘਿਨਾਉਣੀ ਲੱਗਦੀ ਆ। ਤੇ ਜਦੋਂ ਦੁਆ ਹੀ ਘਿਨਾਉਣੀ ਲੱਗਦੀ ਆ ਤੇ ਫਿਰ ਉਹਦਾ ਜਵਾਬ ਵੀ ਦਊਗਾ ਨਹੀਂ। ਤੇ ਅਸੀਂ ਪਿਛਲੇ ਦਿਨਾਂ 'ਚ ਬੜੇ ਬਰੀਕੀ ਨਾਲ ਸਿੱਖਿਆ ਸੀਗਾ ਕਿ ਦੁਆ ਦਾ ਜਵਾਬ ਮਿਲਦਾ ਆ, ਲੇਕਿਨ ਇੱਕ ਹੋਰ ਆ ਜਿਹਨੂੰ ਪਰਮੇਸ਼ਵਰ ਨੇ ਇਸ ਸੰਸਾਰ ਦਾ ਈਸ਼ਵਰ ਕਰਕੇ ਦੁਨੀਆ ਨੂੰ ਦਿੱਤਾ ਹੋਇਆ ਹੈ। ਔਰ ਸੰਸਾਰਿਕ ਲੋਕ, ਸੰਸਾਰ ਦੇ ਨਾਲ ਚੱਲਣ ਵਾਲੇ ਲੋਕ ਉਹਦੇ ਹਵਾਲੇ ਕੀਤੇ ਗਏ ਆ ਔਰ ਉਹਨਾਂ ਦੀਆਂ ਮੁਰਾਦਾਂ ਉਸੇ ਦੇ ਦੁਆਰਾ ਪੂਰੀਆਂ ਹੁੰਦੀਆਂ ਆ। ਤੇ ਉਹ ਇਹ ਸਮਝ ਪੈਂਦੇ ਆ ਵੀ ਸ਼ਾਇਦ ਸਾਡਾ ਰਿਸ਼ਤਾ ਜਿਹੜਾ ਹੈ ਉਹ ਪਰਮੇਸ਼ਵਰ ਦੇ ਨਾਲ ਹੈ। ਸੋ ਮੁੱਖ ਦੀ ਗੱਲ ਹੈ ਵੀ ਜਦੋਂ ਸਾਨੂੰ ਕੋਈ ਚੰਗਾ ਲੱਗਦਾ ਆ ਜਾਂ ਜਿਹਨੂੰ ਅਸੀਂ ਰਿਸਪੈਕਟ ਦਿੰਦੇ ਹਾਂ, ਅਸੀਂ ਉਹਦੀ ਸੁਣਦੇ ਹਾਂ। ਕਈਆਂ ਤੋਂ ਤਾਂ ਅਸੀਂ ਕੰਨ ਹੀ ਫੇਰ ਲੈਂਦੇ ਹਾਂ। ਕਈ ਐਸੇ ਲੋਕ ਆ ਸਾਡੀ ਜ਼ਿੰਦਗੀ 'ਚ, ਤੁਹਾਡੇ ਹਰੇਕ ਬੰਦੇ ਦੀ ਜ਼ਿੰਦਗੀ 'ਚ ਹੁੰਦੇ ਆ, ਉਹ ਕਿਤੇ ਤੁਹਾਡੇ ਕੋਲ ਆ ਜਾਣਾ ਤੇ ਤੁਸੀਂ ਵੈਸੇ ਹੀ ਕੰਨੀ ਕਤਰਾਉਂਦੇ ਆ। ਉਹ ਗੱਲ ਵੀ ਸ਼ੁਰੂ ਕਰਨ ਤੇ ਤੁਸੀਂ ਕੰਨ ਫੇਰ ਲੈਂਦੇ ਹੋ, ਜਾਂ ਤੁਸੀਂ ਚਾਹੁੰਦੇ ਨੂੰ ਦੇ ਕੋਈ ਗੱਲ ਸ਼ੁਰੂ ਕਰੇ, ਜਾਂ ਤੁਸੀਂ ਜਾਨ ਛਡਾਉਣਾ ਚਾਹੁੰਦੇ ਆ। ਕਿਉਂ ਭਲਾ? ਕਿਉਂਕਿ ਤੁਹਾਨੂੰ ਉਹ ਪਸੰਦ ਕਿਉਂ ਨਹੀਂ ਪਸੰਦ? ਉਹਦੀਆਂ ਗੱਲਾਂ ਤੁਹਾਨੂੰ ਪਸੰਦ ਨਹੀਂ ਆ। ਸੋ ਉਸੇ ਤਰ੍ਹਾਂ ਜੇ ਅਸੀਂ ਪਰਮੇਸ਼ਵਰ ਦੇ ਵਚਨ ਤੋਂ ਕੰਨ ਫੇਰਦੇ ਹਾਂ ਤੇ ਇਹਦਾ ਮਤਲਬ ਸਿੱਧਾ ਹੈਗਾ ਅਸੀਂ ਪਰਮੇਸ਼ਵਰ ਨੂੰ ਪਸੰਦ ਹੀ ਕਰਦੇ। ਤੇ ਜਦੋਂ ਅਸੀਂ ਪਰਮੇਸ਼ਵਰ ਨੂੰ ਪਸੰਦ ਹੀ ਨਹੀਂ ਕਰਦੇ ਤੇ ਫਿਰ ਪਰਮੇਸ਼ਵਰ ਵੀ ਸਾਡੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਹੈ। ਪਰਮੇਸ਼ਵਰ ਲਿਖਿਆ ਆਪਣੇ ਖੋਜਣ ਵਾਲਿਆਂ ਨੂੰ ਦੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰਦਾ ਆ ਔਰ ਉਹਦੀ ਖੋਜ ਜਿਹੜੀ ਆ ਉਹਦੇ ਵਚਨ ਦੇ ਵਿੱਚ ਹੁੰਦੀ ਆ। ਤੇ ਵਚਨ ਦਾ ਮਤਲਬ ਉਹਦੀ ਵਿਵਸਥਾ ਆ। ਤੇ ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰਦਾ ਉਹਦੀ ਪ੍ਰਾਰਥਨਾ ਨੂੰ ਵੀ ਪਰਮੇਸ਼ਵਰ ਫਿਰ ਪਸੰਦ ਕਰਦਾ ਨਹੀਂ ਆ। ਔਰ ਅਸੀਂ ਪਿਛਲੇ ਦਿਨਾਂ ਸਿੱਖਿਆ ਸੀਗਾ ਕਿ ਕਿਹੜੇ ਲੋਕ ਹੈ ਜਿਨ੍ਹਾਂ ਦੀ ਪ੍ਰਾਰਥਨਾ ਨੂੰ ਪਰਮੇਸ਼ਵਰ ਪਸੰਦ ਕਰਦਾ, ਕਿਹੜੇ ਲੋਕ ਹੈ ਜਿਨ੍ਹਾਂ ਦੀ ਪ੍ਰਾਰਥਨਾ ਨੂੰ ਪਰਮੇਸ਼ਵਰ ਪਸੰਦ ਨਹੀਂ ਕਰਦਾ। ਦੋ ਤਰ੍ਹਾਂ ਦੇ ਈਸ਼ਵਰਾਂ ਦੇ ਬਾਰੇ ਵੀ ਅਸੀਂ ਸਿੱਖਿਆ ਸੀਗਾ। ਔਰ ਹੁਣ ਅੱਜ ਅਸੀਂ ਥੋੜ੍ਹਾ ਜਿਹਾ ਅੱਗੇ ਵਧਾਂਗੇ। ਅਸੀਂ ਇਹਦੇ ਨਾਲ ਇੱਕ ਆਇਤ ਸ਼ੁਰੂ ਕੀਤੀ ਸੀ, ਕੁਲਸੀਓਂ ਦਾ ਖਤ, ਉਹਦਾ 1 ਅਧਿਆय, ਉਹਦੀ 9 ਆयत। इसलिए जिस दिन से ये सुना है हम भी तुम्हारे लिए ये प्रार्थना करने और विनती करने से नहीं चुकते कि तुम सारे आत्मिक ज्ञान। ਇਹਦੇ ਉੱਤੇ ਕੁਛ ਅਸੀਂ ਸਿੱਖਿਆ ਸੀਗਾ ਔਰ ਕੁਛ ਅਸੀਂ ਹੋਰ ਸਿੱਖਾਂਗੇ ਥੋੜ੍ਹੇ ਸਮੇਂ ਦੇ ਲਈ ਕਿ ਵਚਨ ਦੱਸਦਾ ਆ ਕਿ ਕੁਛ ਐਸੇ ਲੋਕ ਵੀ ਹੁੰਦੇ ਆ ਜਿਨ੍ਹਾਂ ਦੀਆਂ ਭਲਾਈਆਂ, ਜਿਨ੍ਹਾਂ ਦੀਆਂ ਚੰਗਿਆਈਆਂ ਜਦੋਂ ਸਾਡੇ ਤੱਕ ਪਹੁੰਚਦੀਆਂ ਤੇ ਉਹਨਾਂ ਨੂੰ ਸਾਨੂੰ ਕਹਿਣਾ ਨਹੀਂ ਪੈਂਦਾ ਵੀ ਸਾਡੇ ਲਈ ਪ੍ਰਾਰਥਨਾ ਕਰੋ। ਬਦੋ ਬਦੀ ਉਹਨਾਂ ਦੇ ਲਈ ਸਾਡੇ ਮਨ ਦੇ ਵਿੱਚੋਂ ਪ੍ਰਾਰਥਨਾ ਨਿਕਲਦੀ ਹੈ। ਕੁਛ ਲੋਕ ਪ੍ਰਾਰਥਨਾ ਕਰਨ ਲਈ ਕਹਿ ਵੀ ਦਿੰਦੇ ਆ ਪਰ ਉਹਨਾਂ ਦੇ ਲਈ ਪ੍ਰਾਰਥਨਾ ਕਰਨ ਨੂੰ ਵੀ ਮਨ ਨਹੀਂ ਕਰਦਾ। ਇਹ ਵੀ ਸੱਚਾਈ ਹੈ। ਜਿੱਥੇ ਇਹ ਸੱਚਾਈ ਹੈ ਵੀ ਕੁਛ ਲੋਕਾਂ ਦਾ ਜੀਵਨ ਹੀ ਐਸਾ ਹੁੰਦਾ ਕਿ ਬਦੋ ਬਦੀ ਉਹਨਾਂ ਦੇ ਲਈ ਤੁਹਾਡਾ ਪ੍ਰਾਰਥਨਾ ਕਰਨ ਨੂੰ ਦਿਲ ਕਰਦਾ ਹੈ। ਔਰ ਕੁਛ ਲੋਕ ਹੀ ਐਸੇ ਹੁੰਦੇ ਆ ਉਹ ਕਹਿਣ ਵੀ ਤੇ ਤੁਹਾਡਾ ਪ੍ਰਾਰਥਨਾ ਕਰਨ ਨੂੰ ਦਿਲ ਕਰਦਾ ਨਹੀਂ ਹੈ। ਤੇ ਜੇ ਕਿਤੇ ਦਿਲ ਕਰੇ ਵੀ ਤੇ ਪਰਮੇਸ਼ਵਰ ਐਸਾ ਟਾਈਮ ਹੀ ਨਹੀਂ ਬਣਨ ਦਿੰਦਾ ਕਿ ਤੁਸੀਂ ਉਹਦੇ ਲਈ ਪ੍ਰਾਰਥਨਾ ਕਰੋ। ਕਿਉਂ? ਕਿਉਂਕਿ ਧਰਮੀ ਜਨ ਦੀ ਦੁਆ ਤੇ ਲਿਖਿਆ ਬੜਾ ਅਸਰ ਹੁੰਦਾ ਆ। ਤੇ ਫਿਰ ਪਰਮੇਸ਼ਵਰ ਜਿਹਨਾਂ ਤੋਂ ਘਿਣ ਕਰਦਾ ਨਾ ਉਹਨਾਂ ਦੇ ਲਈ ਐਸਾ ਸਮਾਂ ਹੀ ਨਹੀਂ ਬਣਨ ਦਿੰਦਾ ਕਿ ਤੁਸੀਂ ਉਹਨਾਂ ਦੇ ਲਈ ਕੀ ਕਰੋ? ਭਲਾ ਪ੍ਰਾਰਥਨਾ ਕਰੋ। ਇਹ ਵੀ ਇੱਕ ਸੱਚਾਈ ਹੈ। ये भी एक सच्चाई है। सो देखेंगे कि इत्थे लिखा है इसलिए जिस दिन से ये सुना हम भी तुम्हारे लिए ये प्रार्थना करने और विनती करने से नहीं चुकते कि तुम सारे आत्मिक ज्ञान। और ये बारे असीं सिक्ख्या सीगा कि प्रार्थना काहदे लई करनी है? सानू आत्मिक ज्ञान मिले।
ਸਿਰਫ ਆਤਮਿਕ ਗਿਆਨ ਨਹੀਂ, ਨਾਲ ਉਹਦੇ ਆਤਮਿਕ ਸਮਝ ਵੀ ਮਿਲੇ। ਔਰ ਸਿਰਫ ਸਮਝ ਹੀ ਨਹੀਂ, ਬਲਕਿ ਅਸੀਂ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਭਰਪੂਰ ਹੋ ਜਾਈਏ। ਸੋ ਇਹ 3 ਕੰਮ ਜਿਹੜੇ ਆ, ਇਹ ਇੱਕ ਮਸੀਹੀ ਜੀਵਨ ਦੇ ਵਿੱਚ ਹੋਣੇ ਬੜੇ ਜ਼ਰੂਰੀ ਆ। ਔਰ ਇੱਕ ਮਸੀਹੀ ਸ਼ਖਸ ਦੀ ਇਹ ਪਹਿਚਾਣ ਆ ਕਿ ਉਹ ਜਦੋਂ ਵੀ ਕਿਸੇ ਲਈ ਪ੍ਰਾਰਥਨਾ ਕਰੂਗਾ, ਇਹਨਾਂ ਵਿਸ਼ਿਆਂ ਨੂੰ ਲੈ ਕੇ ਹੀ ਕਰੂਗਾ। ਆਤਮਿਕ ਸਮਝ ਦੇ ਲਈ ਪ੍ਰਾਰਥਨਾ ਕੀਤੀ ਜਾਊਗੀ, ਸੰਸਾਰਿਕ ਸਮਝ ਦੇ ਲਈ ਨਹੀਂ। ਆਤਮਿਕ ਗਿਆਨ ਪ੍ਰਾਪਤ ਹੋਵੇ, ਇਹਦੇ ਲਈ ਪ੍ਰਾਰਥਨਾ ਖੁਦਾ ਦਾ ਦਾਸ ਕਰੂਗਾ, ਨਾ ਕਿ ਸੰਸਾਰਿਕ ਗਿਆਨ ਦੇ ਲਈ। ਪਰਮੇਸ਼ਵਰ ਦੀ ਇੱਛਾ ਦੀ ਪਹਿਚਾਣ ਦੀ ਭਰਪੂਰੀ ਵਿੱਚ ਇਨਸਾਨ ਵਧੇ, ਨਾ ਕਿ ਦੂਸਰੇ ਈਸ਼ਵਰ ਦੀ। ਸੋ ਇੱਕ ਸੱਚੇ ਸੇਵਕ ਦੀ ਇਹੀ ਪਹਿਚਾਣ ਹੁੰਦੀ ਹੈ। ਔਰ 10 ਆਇਤ 'ਚ ਲਿਖਿਆ, ਤਾਂ ਕਿ ਤੁਮਾਰਾ ਚਾਲ ਚੱਲਣ ਪ੍ਰਭੂ ਕੇ ਯੋਗੇ ਹੋ। ਇਹ ਪ੍ਰਾਰਥਨਾ ਇਸ ਲਈ ਕਰਨੀ ਆ ਕਿਉਂਕਿ ਜਿੰਨੀ ਦੇਰ ਤੱਕ 3 ਕੰਡੀਸ਼ਨਾਂ ਸਾਡੇ ਜੀਵਨ 'ਚ ਪੂਰੀਆਂ ਨਹੀਂ ਹੁੰਦੀਆਂ, ਸਾਡਾ ਚਾਲ ਚੱਲਣ ਜਿਹੜਾ ਪਰਮੇਸ਼ਵਰ ਦੇ ਯੋਗ ਬਣ ਸਕਦਾ ਨਹੀਂ ਆ। ਔਰ ਪਰਮੇਸ਼ਵਰ ਦੇ ਯੋਗ ਜਿਹੜਾ ਚਾਲ ਚੱਲਣ ਨਹੀਂ ਆ, ਉਹ ਪਰਮੇਸ਼ਵਰ ਨੂੰ ਫਿਰ ਪਸੰਦ ਵੀ नहीं आ। इसलिए लिखा कि तुम्हारा चाल चलन परमेश्वर के योग्य हो और वह सब प्रकार से प्रसन्न हो। साड़ी एक अद्धी गल तो नहीं प्रसन्न होना चाहिए, बल्कि किद्दां प्रसन्न होना चाहिए, वो सारे प्रकार दे नाल साडे तो प्रसन्न होना चाहिए। अजकल असीं कई बारी एक अद्धी गल तो परमेश्वर प्रसन्न करने की कोशिश कर दिंदे हां। असीं चाहुंदे एक अद्धा काम चंगा करी जाने आ, वो तो परमेश्वर खुश होगा, पर लिखिया वो सब प्रकार दे नाल खुश होना चाहिए। ਉਹ ਤੁਹਾਡੀ ਪ੍ਰਾਰਥਨਾ ਦੇ ਨਾਲ ਖੁਸ਼ ਹੋਣਾ ਚਾਹੀਦਾ। ਦਾਨ ਤੁਹਾਡਾ ਦਿੱਤਾ ਹੋਇਆ ਵੀ ਆਤਮਿਕ ਤਰੀਕੇ ਦੇ ਨਾਲ ਹੋਵੇ, ਉਹ ਉਸ ਤੋਂ ਖੁਸ਼ ਹੋਊਗਾ। ਜੇ ਦਾਨ ਵੀ ਤੁਸੀਂ ਸੰਸਾਰਿਕ ਤਰੀਕੇ ਦੇ ਨਾਲ ਦਿੰਦੇ ਹੋ ਤਾਂ ਉਸ ਤੋਂ ਵੀ ਖੁਸ਼ ਹੋਣ ਵਾਲਾ। ਜੇ ਭਲਾਈਆਂ ਚੰਗੇ ਕਰਮ ਵੀ ਤੁਸੀਂ ਸੰਸਾਰਿਕ ਤਰੀਕੇ ਦੇ ਨਾਲ ਕਰਦੇ ਹੋ ਤਾਂ ਸੋਚਦੇ ਹੋ ਪਰਮੇਸ਼ਰ ਪ੍ਰਸੰਨ ਹੋ ਜਾਊਗਾ, ਨਹੀਂ। ਉਹ ਵੀ ਆਤਮਿਕ ਤਰੀਕੇ ਦੇ ਨਾਲ ਹੀ ਤੁਸੀਂ ਭਲਾਈਆਂ ਦੇ ਕੰਮ ਕਰੋਗੇ ਤਾਂ ਪਰਮੇਸ਼ਰ ਖੁਸ਼ ਹੋਊਗਾ। ਅਦਰਵਾਈਜ਼ ਇਹ ਵੀ ਸਾਡੇ ਅੰਦਰ ਕਈ ਵਾਰੀ ਭੁਲੇਖਾ ਹੁੰਦਾ, ਸਭ ਪ੍ਰਕਾਰ ਦੇ ਨਾਲ ਉਹਨੂੰ ਪ੍ਰਸੰਨ ਕਰਨਾ ਹੈ। सो जो सब प्रकार ਨਾਲ प्रसन्न ਹੁੰਦਾ ਆ। और तुम्हें हर प्रकार के भले कामों का फल लगे। ਕਿਹੜੇ ਕੰਮਾਂ ਦਾ ਜੀ? ਭਲੇ ਕੰਮਾਂ। ਤੁਹਾਡੇ ਵਿੱਚ ਸਾਰੇ ਭਲੇ ਕੰਮਾਂ ਦਾ ਫਲ ਲੱਗੇ। ਤੁਸੀਂ ਬਾਕੀ ਤੇ 1-2 ਕੰਮ ਚੰਗੇ ਕਰਦੇ ਹੋ, ਲੇਕਿਨ ਬਾਕੀ ਸਾਰੇ ਫਲ ਬੁਰੇ ਲੱਗੇ ਹੋਏ ਆ। ਤੇ ਫਿਰ ਤੁਹਾਡੇ ਇੱਕ ਅੱਧੇ ਚੰਗੇ ਕੰਮ ਨੂੰ ਦੇਖ ਕੇ ਜਿੱਥੇ ਲੋਕ ਤੁਹਾਡੀ ਪ੍ਰਸ਼ੰਸਾ ਕਰਨਗੇ, ਉੱਥੇ ਜਦੋਂ 20-25 ਕੰਮ ਤੁਹਾਡੇ ਪੁੱਠੇ ਆ ਤੇ ਫਿਰ ਤੁਹਾਡਾ ਇੱਕ ਜਿਹੜਾ ਕੀਤਾ ਹੋਇਆ ਕੰਮ ਆ ਉਹ ਵੀ ਉਹਨਾਂ ਦੇ ਲਈ ਕੀ ਕਰੂਗਾ? ਪਹਿਲਾਂ ਡਾਊਟ ਪੈਦਾ ਕਰੂਗਾ। ਯਾਰ ਇੱਥੋਂ ਕਿਤੇ ਠੀਕ ਲੱਗਦਾ ਹੈ, ਇੱਥੋਂ ਕਿਤੇ ਚੰਗਾ ਲੱਗਦਾ, ਪਰ ਨਾਲ ਸਾਰਾ ਬੁਰਾਈਆਂ ਦਾ ਭਰਿਆ ਵੀ ਹੋਇਆ। ਤੇ ਫਿਰ ਲੋਕੀ ਤੁਹਾਡੀਆਂ ਭਲਾਈ ਦੇ ਨਾਲ ਨਾਲ ਤੁਹਾਡੀਆਂ ਬੁਰਾਈਆਂ ਨੂੰ ਵੀ ਨੋਟਿਸ ਕਰਦੇ ਆ। ਤੇ ਜੇ ਇਨਸਾਨ ਹੁੰਦੇ ਆ, ਲੋਕ ਇਹ ਕਰਦੇ ਆ, ਤੇ ਪਰਮੇਸ਼ਵਰ ਵੀ ਸਾਡੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੀ ਕਰਦਾ ਹੈ? ਚੈੱਕ ਕਰਦਾ ਹੈ। ਤੇ ਫਿਰ ਪ੍ਰਾਰਥਨਾ ਕਰਦੇ ਵਕਤ ਇਹ ਚੇਤੇ ਰੱਖਣਾ ਚਾਹੀਦਾ ਵੀ ਵਚਨ ਦੇ ਅਨੁਸਾਰ ਇਹ ਚੀਜ਼ਾਂ ਸਾਡੇ ਅੰਦਰ ਹੋਣੀਆਂ ਬੜੀਆਂ ਜ਼ਰੂਰੀ ਆ। ਔਰ परमेश्वर की पहचान में बढ़ते जाओ। ਕਿਹੜੀ ਪਹਿचान च? परमेश्वर की पहचान च। और उसकी महिमा की शक्ति के अनुसार सब प्रकार की सामर्थ्य से बलवंत होते जाओ। महिमा की शक्ति के अनुसार सब प्रकार की सामर्थ्य से बलवंत होते जाओ, जहाँ तक कि आनंद के साथ हर प्रकार से धीरज और सहनशीलता दिखा सको। की दिखावांगे भला? हर प्रकार के नाल धीरज ते सहनशीलता। सो ये कदों होवेगा? जो साडे विच आत्मिक समझ, आत्मिक ज्ञान ते परमेश्वर की इच्छा दे विच भरपूर होवांगे। जदों ये भरपूरी होवेगी फिर असीं धीरे दिखा सकांगे। सानू ते कोई माड़ा को उभारे सही, माड़ी कोई साडे हंकार दे उत्ते सट मारे सही, जुत्ती ला लेने। इत्थों फिर साडी सारी धार्मिकता की हो जांदी भला? एकदम खुल के बाहर आ जाती है। असीं कहने तेरी जरूरत किदां होई है? घर आए बंदे भावें धक्का मार के बाहर ही कढ़ दईए, एडा फिर साडा गुरूर जिहड़ा साडे आके की हो जांदा भला? सामने आके खड़ा हो जाता है, जिहड़ा मसीहत दे लई एक बहुत वड्डा चैलेंज बन जाता है। सो मसीहत जीवन दे विच धीरज ते सहनशीलता दा होना बड़ा की है भला? जरूरी है। ये सिर्फ दिखावे दे लई नहीं, बल्कि साडे जीवन दे विच इहदा एक बहुत वड्डा योगदान होना चाहिए। तां ही असीं उस प्रबंध तक पहुँच सकते हैं जिहदे लई परमेश्वर ने सानू बुलाया। और पिता का धन्यवाद करते रहो जिसने हमें इस योग्य बनाया। किहड़ा धन्नवाद करना? पिता दा। क्यों करना? ओही आ जिन्हें इस योग्य बनाया सानू। जे असीं अपनी कोशिश, अपनी मेहनत, अपनी ताकत दे नाल सोचदे ते असीं इस योग कदे भी बन सकदे। परमेश्वर ही आ जिहड़ा इस योग बनाउंदा है, ते योग उहनां नूं बनाउंदा जिन्हां दे लई उहने मुक्ति दे काम नूं पूरा करना है, जिन्हां दे लई उहने आद तो मुक्ति नूं ठहराया होया है। ये काम उहनां दे जीवन दे विच ही पूरा होना, बाकियां दे जीवन दे विच पूरा होना भी नहीं है। सो पिता का धन्यवाद करते रहो जिसने हमें इस योग्य बनाया कि ज्योति में पवित्र लोगों के साथ मिरास में सहभागी हो।
सो 12 आयत तक असी पढ़िया है और 13वीं आयत लिखा, उसी ने हमें अंधकार के वश से छुड़ाकर अपने प्रिय पुत्र के राज्य में प्रवेश करवाया। ये सारा काम किहने कीता भला? परमेश्वर ने कीता है। सो ये काम तां ही साडे जीवन दे विच अगे वधदा है जदों असी आप समर्पण करते हैं, तो फिर परमेश्वर सानू आत्मिक ज्ञान दे नाल, समझ दे नाल अपनी इच्छा की पहचान दे विच भरपूर करदा है। तो उहदी इच्छा की पहचान दे विच भरपूर हो के जिहड़ी प्रार्थना कीती जांदी है वो उहदे हजूर कबूल हुंदी है। हालेलुया। सो एक एक गल दे उत्ते असीं अज गौर करांगे। इत्थे 12 जिहड़ियां गल्लां आ उहनां ते असीं मुख गल्लां जिहड़ियां असीं पढ़ियां उहनां ते गौर करके फिर प्रार्थना करेंगे। उसकी इच्छा के ज्ञान से भरपूर होना, पहला पॉइंट की होना भला? उसकी इच्छा के ज्ञान से भरपूर होना। 9 आयत के अनुसार की है? पहला सब तो पहला बड़ी गल की है, उसकी इच्छा के ज्ञान के नाल। अज संसार दे विच ज्ञान बहुत है और ज्ञान इन्ना का कि लोग सुन के कई बारी मतलब कहना भाव भी दाद दिंदे आ भी क्या बात है जी, वाह वाह कर जाते हैं। लेकिन उत्थे ध्यान रखना आ, ये जिहड़ा गल दे उत्ते वाह वाह कीती आ, ये ज्ञान उहदी इच्छा के अनुसार भी हैगा वा कि नहीं? कई बार ज्ञान सानूं लगदा है बड़ा आली गल कर गया बंदा, लेकिन ये देखना कि उहदी इच्छा के अनुसार हैगा। जे तो उहदी इच्छा के अनुसार आ तो फिर वो तुहानूं अंदरूनी तौर पर हिलावेगा, नहीं तो तुसीं 2 मिनट लिए वाह वाह कर रही हैं तो बाद जिद्दां फिल्म थिएटर चों निकलदे ना तो उदों 2 मिनट वाह वाह करदे, बाद फिर रोक के पता होंदा भी एक्टिंग की सी, वो किहड़ा हकीकत सीगी। फिर उस तरह लोग इस चीज़ नूं भी फड़ लेंदे आ। नंबर 2, पूरी बुद्धि से भरपूर होना है। सिर्फ इच्छा जिहड़ी आ इच्छा के ज्ञान से भरपूर नहीं, बल्कि दूजा नंबर की है, पूरी बुद्धि दे नाल भरपूर होना है। अगर असी इच्छा के ज्ञान के नाल ते भरपूर हैगे आ पर बुद्ध के नाल भरपूर नहीं है तो फिर इच्छा के ज्ञान का भी कोई फायदा नहीं है। नंबर 3 हैगा आत्मिक समझ होना। संसारिक समझ ते आत्मिक समझ दे विच बहुत वड्डा फर्क है। असी पतरस की उदाहरण ਲਈ ਸੀ कि पतरस जदों तक संसारिक बुद्ध दे नाल संसारिक समझ दे नाल चलदा सी उदों उहदा सिस्टम भला की सीगा, हर थां ते बोल जांदा सी, हर थां ते उहदी कोशिश हुंदी सी मैं बाकी चेलियां दे नालों अपने आप नूं की रखां भला उत्ते रखां ना। हर जगह दे उत्ते बोल जांदा सी, जिथे बोलदा सी यही मोहरे आउंदा सी तां कि मेरी की होए भला, मेरी वाहवाही होवे। यसू मसीह गल कर रहा है तो प्रेम प्यार की, तो उत्थे वो अपनी गल विच की रख रहा, कहता मेरा भरा कितनी बारी इनकार करे पाप करे तो मैं उन्होंने माफ़ करा, कि 7 बारी आप ही कंडीशनां भी रखदा। प्रभु यसू मसीह पानी के उत्ते चलदा आ रहा, बाकी चेले चुप करके बैठे आ, एक ही कहता मैनू इजाजत दे मैं भी तेरे कोल आ सका। ये बार बार बोलता सी। यसू मसीह कहता तुसीं सभे मैनू छड्ड जाओगे, एक ही उठ के कहता ये सारे भावें तेन छड्ड जाण, तो कहता तू ही छड्डना है। हाँ जी, ये भला कदों इस तरह गल्लां करदा सीगा जदों तक ये आत्मिक बुद्धि नहीं सी। अज भी इदां दे बहुत सारे लोग तुहानूं जीवन दे मिलणगे जिहड़े इदां दीयां गल्लां बड़ियां कर जांदे आ, लेकिन आत्मिक समझ ना होंदा करके फिर उत्थे हवा निकल जाती उस टाइम। सो फिर गल्लां दे नाल नहीं, ये काम गल्लां दे नाल नहीं, ये तो आत्मिक ज्ञान ते आत्मिक समझ दे नाल पूरा होने वाला है, आत्मिक बुद्ध दे नाल पूरा होने वाला है। यही पतरस है, पतरस 2 नहीं है, पतरस इक्को ही है। 12 शागिर्दां दे विच पतरस इक्को ही है। हुण इहदे जीवन के परिवर्तन नूं असीं किदां देखदे हां भला? ये जिहड़ा कल्ला कल्ला उठदा सी, कल्ला कल्ला उठ के चाह नहीं करदा, कल्ला कल्ला उठ के अपने आप नूं मोहरे लाउंदा सी। इसे पतरस दे बारे च असीं देखदे हां जदों आत्मिक बुद्धि, आत्मिक समझ ते आत्मिक ज्ञान मिलिया तो रसूलों की किताब असीं की देखदे भला? जदों लोगों ने कहा भी लगता भी शराब के नशे दे विच पाकरू मिल गया ना, नवे जन्म का काम जो जीवन दे विच पूरा होया, तो यही पतरस जदों उठ्या तो की लिखिया, वो अपने नाल दे सारे साथियों नूं लैके ना, हुण कल्ला नहीं उठ्या, बोलना कल्ले नहीं है, पर की कीता भला हुण बाकी साथियों नूं नाल लैके उठ्या। ये पहचान सीगी कि हुण इहदे अंदर कुछ नवां काम होया है। हुण ये कल्ला नहीं उठ्या। पहलां की करदा सी? पहलां कल्ला कल्ला ही अपने आप नूं पेश करने की कोशिश करदा सी, पर हुण कल्ला नहीं उठ्या, हुण बाकियां नूं नाल लैके बोलिया। बेशक वही है, क्योंकि प्रभु यसू मसीह पहलां कह गया शुरुआत तेरे तो ही होगी, ठीक है जी। इस करके उठ्या है, पर नाल साथियों नूं नाल लैके, हुण कल्ला नहीं। हुण जिहड़ी भी गल करदा आ, 1-2 जने नूं नाल घट्टो घट्ट रखदा ही रखदा है ना। हुण अपने आप नूं ज़्यादा मोहरे करना भी चाहुंदा नहीं है। हुण हलीमी आ गई है, हुण दयालगी आ गई है, हुण भलाई आ गई है, हुण अपने आप नूं बड़ा ही
ਨਰਮ ਕਰਕੇ ਰੱਖਦਾ ਹੈ। ਲੇਕਿਨ ਉਦੋਂ ਕੀ ਸੀ, ਜਦੋਂ ਤੱਕ ਸੰਸਾਰਿਕ ਸਮਝ ਸੀ, ਸੰਸਾਰਿਕ ਗਿਆਨ ਸੀ, ਸੰਸਾਰਿਕ ਬੁੱਧ ਸੀ, ਉਹਦਾ ਸਟਾਈਲ ਹੀ ਕੁਝ ਹੋਰ ਸੀਗਾ। ਅੱਜ ਵੀ ਅਸੀਂ ਫੜੇ ਜਾਂਦੇ ਹਾਂ, ਜੇ ਤੇ ਅਸੀਂ ਸੰਸਾਰਿਕ ਆ ਤਾਂ ਵੀ ਫੜੇ ਜਾਵਾਂਗੇ, ਤੇ ਜੇ ਅਸੀਂ ਆਤਮਿਕ ਆ ਤਾਂ ਵੀ ਉਸੇ ਟਾਈਮ ਪਤਾ ਚੱਲ ਜਾਊਗਾ। ਸੋ ਜਿਹੜਾ ਸੰਸਾਰਿਕ ਆ ਉਹ ਆਪਣੇ ਆਪ ਨੂੰ ਹਮੇਸ਼ਾ ਮੋਹਰੇ ਰੱਖਣ ਦੀ ਕੋਸ਼ਿਸ਼ ਕਰੂਗਾ, ਆਪ ਮਹਿਮਾ ਲੈਣ ਦੀ ਕੋਸ਼ਿਸ਼ ਕਰੂਗਾ, ਆਪ ਦੱਸਣ ਦੀ ਕੋਸ਼ਿਸ਼ ਕਰੂਗਾ ਆਪਣੇ ਮੂੰਹੋਂ ਕਿ ਮੈਂ ਬੜਾ ਚੰਗਾ ਆ। ਲੇਕਿਨ ਜਿਹੜਾ ਆਤਮਿਕ ਜਾਨਾ, ਉਹਨੂੰ ਆਪਣੇ ਮੂੰਹੋਂ ਆਪਣੀ ਤਾਰੀਫ ਕਰਨ ਦੀ ਜ਼ਰੂਰਤ, ਉਹਨੂੰ ਆਪਣੇ ਮੂੰਹੋਂ ਤਾਰੀਫ ਕਰਨ ਦੀ ਜ਼ਰੂਰਤ ਨਹੀਂ ਹੈ, ਉਹਨੂੰ ਆਪਣੀ ਸਫਾਈ ਦੇਣ ਦੀ ਵੀ ਜ਼ਰੂਰਤ ਨਹੀਂ ਹੈ। ਅੱਜ ਸਫਾਈਆਂ ਦਾ ਵੀ ਬੜਾ ਦੌਰ ਹੈ ਨਾ, ਤੇ ਉਹਨੂੰ ਆਪਣੀ ਸਫਾਈ ਦੇਣ ਦੀ ਵੀ ਜ਼ਰੂਰਤ ਨਹੀਂ ਹੈ। ਸੰਤ ਪੌਲੁਸ ਨੇ ਇਸੇ ਕਰਕੇ ਜਗ੍ਹਾ ਜਗ੍ਹਾ ਦੇ ਉੱਤੇ, ਬੜੀ ਜਗ੍ਹਾ ਦੇ ਇਸੇ ਕਿਹਾ, ਕਹਿੰਦਾ ਵੀ ਇਹ ਜਿਹੜੇ ਸਫਾਈਆਂ ਮੰਗਦੇ ਨਾ, ਮੈਨੂੰ ਇਹਨਾਂ ਨੂੰ ਸਫਾਈਆਂ ਦੇਣ ਦੀ ਜ਼ਰੂਰਤ, ਮੇਰੀ ਸਫਾਈ ਕਹਿੰਦਾ ਤੁਸੀਂ ਆਪ ਹੀ ਆ। ਮੇਰੀ ਸੇਵਾ ਮੇਰੀ ਸਫਾਈ ਦੇ ਹੱਕ ਦੇ ਵਿੱਚ ਬੋਲਦੀ ਹੈ, ਇਸ ਕਰਕੇ ਮੈਨੂੰ ਆਪਣੀ ਸਫਾਈ ਦੇਣ ਦੀ ਵੀ ਜ਼ਰੂਰਤ ਨਹੀਂ ਆ। ਮੈਨੂੰ ਅਗਰ ਸਫਾਈ ਦੇਣ ਦੀ ਜ਼ਰੂਰਤ ਪਵੇਗੀ, ਕਹਿੰਦਾ, ਤੇ ਮੈਂ ਆਪਣੇ ਪਰਮੇਸ਼ਵਰ ਦੇ ਅੱਗੇ ਦਵਾਂਗਾ। ਸੋ ਦੇਖਦੇ ਹਾਂ ਕਿ ਇਹ ਪਤਰਸ ਹੈ ਨਾ, ਜੀਵਨ ਦੇ ਵਿੱਚ ਚੇਂਜ ਆਉਂਦਾ ਸੀ। ਦੇਖਿਆ ਇਸ ਬੰਦੇ ਦੀ, ਜਦੋਂ ਤੱਕ ਆਤਮਿਕ ਹੋਇਆ ਨਹੀਂ ਸੀ ਉਦੋਂ ਤੱਕ ਗੱਲ ਕਰਨ ਦਾ ਅੰਦਾਜ਼ ਹੀ ਵੱਖਰਾ ਸੀ, ਲੇਕਿਨ ਜਦੋਂ ਆਤਮਿਕ ਹੋਇਆ, ਇਹ ਕਹਿੰਦਾ ਨਾ, ਯਿਸੂ ਮਸੀਹ ਦੇ ਬਾਰੇ ਵੀ ਭਵਿੱਖਬਾਣੀ ਇਹਨੇ ਕੀਤੀ ਨਾ, ਕਹਿੰਦਾ ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ। ਇਹ ਗੱਲ ਕਿਸੇ ਹੋਰ ਤੇ ਨਹੀਂ ਪ੍ਰਗਟ ਹੋਈ, ਯਿਸੂ ਮਸੀਹ ਨੇ ਇਹਦੀ ਪ੍ਰਸ਼ੰਸਾ ਕੀਤੀ, ਨਾਲ ਹੀ ਥੱਲੇ ਡਾਂਟ ਵੀ ਖਾ ਲਈ। ਅੱਗੇ ਯਿਸੂ ਮਸੀਹ ਫਿਰ ਆਪਣੇ ਦੱਸਣ ਲੱਗ ਪਿਆ ਵੀ ਕਿਸ ਤਰ੍ਹਾਂ ਮੇਰੇ ਨਾਲ ਹੋਣ ਵਾਲਾ, ਤੇ ਕਹਿੰਦਾ ਨਾ ਪ੍ਰਭੂ ਜੀ, ਤੁਹਾਡੇ ਨਾਲ ਇਦਾਂ ਬਿਲਕੁਲ ਵੀ। ਉੱਥੇ ਯਿਸੂ ਮਸੀਹ ਨੇ ਕਿਹਾ, ਕਹਿੰਦਾ ਇਹ ਸ਼ੈਤਾਨ ਮੇਰੇ ਤੋਂ ਦੂਰ ਹੋ ਜਾ। ਉੱਪਰ ਕੀ ਕਹਿੰਦਾ, ਉੱਪਰ ਯਿਸੂ ਮਸੀਹ ਪ੍ਰਸ਼ੰਸਾ ਕਰ ਰਿਹਾ, ਤੂੰ ਪਤਰਸ ਆ, ਤੂੰ ਪੱਥਰ ਆ, ਤੂੰ ਕਫਾਸ ਆ, ਮੈਂ ਤੇਰੇ ਉੱਤੇ ਆਪਣੀ ਕਲੀਸਿਆ ਦੀ ਸ਼ੁਰੂਆਤ ਕਰਾਂਗਾ। ਤੇ ਨਾਲ ਹੀ ਥੱਲੇ ਯਿਸੂ ਮਸੀਹ ਉਹਨੂੰ ਕੀ ਕਹਿੰਦਾ, ਇਹ ਸ਼ੈਤਾਨ ਮੇਰੇ ਤੋਂ ਦੂਰ ਹੋ ਜਾ। ਸੋ ਕਿਉਂ ਇਹ ਗੱਲ ਕਹੀ, ਉਹ ਵੀ ਗੱਲ ਯਿਸੂ ਮਸੀਹ ਕਹਿੰਦਾ ਵੀ ਆਤਮਾ ਨੇ ਜੇ ਤੇਰੇ ਤੇ ਪ੍ਰਗਟਤਾ ਨਾ ਕੀਤੀ ਹੁੰਦੀ ਤੂੰ ਕਹਿ ਨਹੀਂ ਸੀ ਸਕਦਾ। ਲੇਕਿਨ ਥੱਲੇ ਆ ਕੇ ਨਾਲ ਹੀ ਆਪਣੀ ਬੁੱਧ 'ਚ ਆ ਗਿਆ। ਪਹਿਲਾਂ ਆਤਮਿਕ ਤੌਰ ਤੇ ਬੋਲਦਾ ਹੈ, ਫਿਰ ਨਾਲ ਹੀ ਥੱਲੇ ਕੀ ਆ ਗਿਆ, ਸੰਸਾਰਿਕ ਬੁੱਧ ਦੇ ਵਿੱਚ। ਕਹਿੰਦਾ ਨਾ ਪ੍ਰਭੂ, ਏਦਾਂ ਤੇਰੇ ਨਾਲ ਨਾ ਹੋਵੇ। ਅਸਲ ਦੇ ਵਿੱਚ ਯਿਸੂ ਮਸੀਹ ਇਹਨੂੰ ਨਹੀਂ ਕਹਿ ਰਿਹਾ, ਇਹਦੇ ਵਿੱਚ ਸ਼ੈਤਾਨੀ ਰੂਹ ਸਮਾਇਆ, ਉਹ ਇਹਦੇ ਮੂੰਹ ਦੇ ਵਿੱਚੋਂ ਕਹਾ ਰਿਹਾ ਹੈ, ਕਿਉਂਕਿ ਸ਼ੈਤਾਨ ਨਹੀਂ ਚਾਹੁੰਦਾ ਯਿਸੂ ਮਸੀਹ ਜੋ ਕੰਮ ਇਸ ਜਹਾਨ ਦੇ ਉੱਤੇ ਕਰਨ ਆਇਆ ਉਹਨੂੰ ਮੁਕੰਮਲ ਤੇ ਪੂਰਾ ਕਰੇ। ਜਦੋਂ ਉਹ ਇਹਦੇ ਅੰਦਰੋਂ ਬੋਲਿਆ, ਅਸਲ ਵਿੱਚ ਡਾਂਟਿਆ ਕਿਹਨੂੰ ਗਿਆ ਸੀਗਾ, ਇਹਦੇ ਜਿਹੜਾ ਅੰਦਰ ਸੀਗਾ। ਤੇ ਵਚਨ 'ਚ ਕੀ ਲਿਖਿਆ, ਸ਼ੈਤਾਨ ਨੂੰ ਜਗ੍ਹਾ ਨਾ ਦਿਓ। ਤੇ ਇਹਨੇ ਦੇਖਿਆ ਕਿ ਹੁਣ ਮੇਰੀ ਪ੍ਰਸ਼ੰਸਾ ਹੋ ਗਈ ਆ, ਤੇ ਅੰਦਰ ਬਾਕੀਆਂ ਦੇ ਨਾਲੋਂ ਪ੍ਰੌੜ ਵੀ ਆਇਆ ਹੋਣਾ, ਕਹਿੰਦਾ ਹੋਣਾ ਬੇਵਕੂਫ ਕਿਸੇ ਉੱਤੇ ਨਹੀਂ ਗੱਲ ਪ੍ਰਗਟ ਹੋਈ, ਮੈਂ ਹੀ ਆ ਗੱਲਾਂ। ਐਵੇਂ ਨਾਲ ਚੁੱਲੇ ਫਿਰਦੇ ਆ, ਨਾਲ ਖਾਂਦੇ ਫਿਰਦੇ ਆ, ਨਾਲ ਐਵੇਂ ਪ੍ਰਸ਼ੰਸਾ। ਗੱਲ ਤੇ ਮੇਰੇ ਉੱਤੇ ਪ੍ਰਗਟ ਹੋਈ ਆ, ਤੇ ਪ੍ਰਸ਼ੰਸਾ ਵੀ ਮੇਰੀ ਹੋਈ ਆ, ਤੇ ਨਾਲ ਹੀ ਥੱਲੇ ਡਾਂਟ ਪੈ ਗਈ, ਤੇ ਸਾਰੀ ਇੱਜ਼ਤ ਹੋ ਗਈ। ਸੋ ਜੇ ਪ੍ਰਭੂ ਸਾਨੂੰ ਇੱਜ਼ਤ ਦੇਵੇ, ਤੇ ਇੱਜ਼ਤ ਨੂੰ ਸੰਭਾਲ ਕੇ ਵੀ ਰੱਖਣਾ ਕਿਸੇ ਦਾ ਕੰਮ ਹੈ। ਹਰ ਬੰਦਾ ਇੱਜ਼ਤ ਨੂੰ ਸੰਭਾਲ ਵੀ ਸਕਦਾ, ਸੰਭਾਲ ਵੀ ਨਹੀਂ ਸਕਦਾ। ਇੱਜ਼ਤ ਨੂੰ ਸਾਂਭ ਕੇ ਰੱਖਣਾ ਵੀ ਇੱਕ ਬਹੁਤ ਵੱਡਾ ਗਿਫਟ ਆ। ਸੋ ਦੇਖਦੇ ਹਾਂ ਅਸੀਂ ਕਿ ਪਤਰਸ ਦੇ ਹਾਲ ਨੂੰ ਅਸੀਂ ਦੇਖ ਲਿਆ, ਸੰਤ ਪੌਲੁਸ ਦੀ ਅਸੀਂ ਸੇਵਕਾਈ ਨੂੰ ਦੇਖ ਲਿਆ। ਇਹ ਲੋਕਾਂ ਨੇ ਜੀਵਨ ਦੇ ਵਿੱਚ ਐਸੇ ਕੰਮ ਕੀਤੇ ਕਿ ਇਹਨਾਂ ਨੂੰ ਬਾਅਦ ਦੇ ਵਿੱਚ, ਜਦੋਂ ਜਿਹੜਾ ਅੱਜ ਚਮਤਕਾਰਾਂ ਦੇ ਲੋਕੀ ਦੁਆਵਾਂ ਕਰਦੇ ਨਾ, ਇੱਕ ਸਮਾਂ ਇਹਨਾਂ ਦੇ ਜੀਵਨ 'ਚ ਐਸਾ ਆਇਆ, ਇਹਨਾਂ ਨੂੰ ਲੋਕਾਂ ਦੇ ਲਈ ਦੁਆ ਨਹੀਂ ਕਰਨੀ ਪਈ। ਅੱਜ ਤੇ ਦੁਆ ਕੀਤਿਆਂ ਵੀ ਮਰੀਜ਼ ਚੰਗੇ ਨਹੀਂ ਹੁੰਦੇ, ਤੇ ਇਹਨਾਂ ਨੂੰ ਦੁਆ ਵੀ ਨਹੀਂ ਕਰਨੀ ਪਈ। ਇੱਕ ਸਮਾਂ ਇਹਨਾਂ ਦੇ ਜੀਵਨ ਦੇ ਵਿੱਚ ਐਸਾ ਆ ਗਿਆ। ਕੀ ਲਿਖਿਆ ਵਚਨ ਦੇ ਵਿੱਚ, ਲੋਕੀ ਆਪਣੇ ਮਰੀਜ਼ ਜਿਹੜੇ ਸੀ ਨਾ, ਜਿੱਧਰ ਨੂੰ ਇਹਨਾਂ ਦਾ ਪਰਛਾਵਾਂ ਪੈਂਦਾ ਸੀ ਉਧਰ ਆਪਣੇ ਮਰੀਜ਼ ਰੱਖ ਦਿੰਦੇ ਸੀ, ਤੇ ਜਿਹੜਾ ਉੱਤੇ ਇਹਨਾਂ ਦਾ ਪਰਛਾਵਾਂ ਹੀ ਪੈਂਦਾ ਸੀਗਾ ਉਹ ਮਰੀਜ਼ ਚੰਗੇ ਹੋ ਜਾਂਦੇ ਸੀ। ਲੋਕੀ ਇਹਨਾਂ ਦੇ ਜਿਸਮ ਦੇ ਨਾਲ ਕੱਪੜਾ ਛੁਹਾ ਕੇ ਜਾ ਕੇ ਮਰੀਜ਼ ਨੂੰ ਲਾਉਂਦੇ ਸੀ, ਤੇ ਮਰੀਜ਼ ਚੰਗੇ ਹੋ ਜਾਂਦੇ। ਇੱਕ ਸਮਾਂ ਇਹਨਾਂ ਦੇ ਜੀਵਨ ਦੇ ਵਿੱਚ ਐਸਾ ਵੀ ਆ ਗਿਆ। ਇੱਕ ਸਮਾਂ ਐਸਾ ਸੀਗਾ ਕਿ ਜੋ ਪ੍ਰਭੂ ਨੂੰ ਕਰਦਿਆਂ ਦੇਖਦੇ ਸੀਗੇ, ਚਾਹੁੰਦੇ ਸੀ ਅਸੀਂ ਵੀ ਕਰੀਏ, ਪਰ ਨਹੀਂ ਹੋਇਆ। ਹਾਂ, ਯਿਸੂ ਮਸੀਹ ਨੂੰ ਇਹਨੇ ਦੇਖਿਆ ਕਿ ਉਹ ਬਜ਼ੁਰਗਾਂ ਨੂੰ ਡਾਂਟ ਦਿੰਦਾ ਤੇ ਬਜ਼ੁਰਗਾਂ ਨਿਕਲ ਜਾਂਦੀਆਂ। ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਵਾਰੀ ਜ਼ੋਰ ਲਾਇਆ, ਸਾਰੇ ਇਕੱਠੇ ਹੋ ਕੇ। ਜਦੋਂ ਅੱਜ ਕੱਲ੍ਹ ਇਹਨੂੰ ਫੜ ਲੈਂਦੇ ਬਜ਼ੁਰਗ ਵਾਲੇ, ਪਹਿਲਾਂ ਤਾਂ ਦੁਆ ਕਰ, ਪਹਿਲਾਂ ਤਾਂ ਇਹ ਸ਼ੁਕਰ ਕਰੇ ਚੰਗਾ ਹੋਇਆ ਕਿ ਬਜ਼ੁਰਗ ਵਾਲਾ ਆਇਆ, ਸਾਡਾ ਵੀ ਨਾ ਹੋਵੇ। ਇਹ ਤਾਂ ਲੱਭਦੇ ਹੁੰਦੇ ਸਵੇਰੇ ਪ੍ਰਾਰਥਨਾ 'ਚ ਬਹਿੰਦੇ, ਪ੍ਰਭੂ ਜੀ ਅੱਜ ਕੋਈ ਬਿਮਾਰ ਆ ਜਾਵੇ, ਪ੍ਰਭੂ ਜੀ ਜਾ ਅੱਜ ਕੋਈ ਬਜ਼ੁਰਗ ਵਾਲਾ ਆ ਜਾਵੇ, ਹੈ ਨਾ, ਤਾਂ ਕਿ ਕੋਈ ਚੰਗਾ ਹੋਵੇ ਤੇ ਸਾਡੇ ਨਾਂ ਦੀ ਇੱਕ ਗਵਾਹੀ ਹੋਵੇ ਵੀ ਸਾਡੇ ਦੁਆਰਾ ਇੱਕ ਮਰੀਜ਼ ਚੰਗਾ ਹੋ ਗਿਆ। ਪ੍ਰਸ਼ੰਸਾ ਲੱਭਦੇ ਨਾ, ਤੇ ਪ੍ਰਭੂ ਵੀ ਇਹਨਾਂ ਦੇ ਮਨਾਂ ਨੂੰ ਜਾਣਦਾ ਆ। ਤੇ ਇੱਕ ਵਾਰੀ ਪ੍ਰਭੂ ਇਹਨਾਂ ਦੇ ਕੋਲ ਨਹੀਂ, ਤੇ ਫਿਰ ਇਹਨਾਂ ਨੇ ਵੀ ਕੋਸ਼ਿਸ਼ ਕੀਤੀ, ਇੱਕ ਵਿਚਾਰਾ ਘੇਰ ਲਿਆ ਇਹਨਾਂ ਨੇ ਵੀ, ਇਕੱਠੇ ਹੋ ਕੇ ਚੰਗਾ ਲਾਇਆ ਉੱਤੇ ਜ਼ੋਰ-ਜ਼ਾਰ, ਪਰ ਨਿਕਲਿਆ ਨਹੀਂ। ਆਖਿਰਕਾਰ ਪ੍ਰਭੂ ਯਿਸੂ ਮਸੀਹ ਵੀ ਉੱਥੇ ਪਹੁੰਚ ਗਏ, ਤੇ ਉਹ ਬੱਚੇ ਦਾ ਬਾਪ ਚੀਖ ਉੱਠਿਆ
ਕਹਿੰਦਾ ਇਹਨਾਂ ਕੋਲ ਤੇ ਕੁਝ ਹੋਇਆ ਨਹੀਂ, ਜੇ ਤੂੰ ਕੁਝ ਕਰ ਸਕਦਾ ਤੇ ਕਰ। ਤੇ ਯਿਸੂ ਮਸੀਹ ਕਹਿੰਦਾ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ। ਤੇ ਉਹ ਕਹਿੰਦਾ ਮੈਂ ਵਿਸ਼ਵਾਸ ਕਰਦਾ ਆ, ਤੇ ਜੇ ਕਿਤੇ ਕੋਈ ਮਾੜੀ ਮੋਟੀ ਸ਼ੱਕ ਚੁੱਕ ਵਾਲਾ ਕੰਮ ਹੈਗਾ ਨਾ ਤੇ ਮੇਰੇ ਬੇਟੇ ਨੂੰ ਚੰਗਾ ਕਰ, ਤੇ ਉਹ ਵੀ ਪੂਰਾ ਕਰ ਦੇ। ਬਾਅਦ ਚੋਂ ਕਹਿੰਦੇ ਵੀ ਅਸੀਂ ਇਹਨੂੰ ਕਿਉਂ ਨਹੀਂ ਕਰ ਸਕੇ। ਮਿਰਗੀ ਦਾ ਦੌਰਾ ਪੈਣ ਵਾਲੀ ਬਦਰੂ ਸੀ ਉਹਦੇ ਅੰਦਰ ਨਾ, ਤੇ ਕਹਿੰਦੇ ਅਸੀਂ ਕਿਉਂ ਨਹੀਂ ਚੰਗਾ ਕਰ ਸਕੇ। ਤੇ ਪ੍ਰਭੂ ਯਿਸੂ ਮਸੀਹ ਕਹਿੰਦਾ ਇਹਦੇ ਲਈ ਇੱਕ ਖਾਸ ਤਰੀਕੇ ਦੀ ਪ੍ਰਾਰਥਨਾ ਦੀ ਜ਼ਰੂਰਤ ਹੈ। ਕਿੱਦਾਂ ਦੀ ਜ਼ਰੂਰਤ ਭਲਾ? ਇੱਕ ਖਾਸ ਤਰੀਕਾ ਕੀ ਸੀ ਭਲਾ? ਬੜੇ ਬੜੇ ਖੁਦਾ ਦੇ ਅਭਿਸ਼ਿਕਤ ਦਾਸਾਂ ਨੇ ਇਹਦੇ ਉੱਤੇ ਦੱਸਿਆ ਵੀ ਨੰਬਰ 1 ਤੇ ਕਈਆਂ ਨੇ ਜ਼ਿਆਦਾਤਰ ਇਸ ਚੀਜ਼ 'ਚ ਦੱਸਿਆ ਵੀ ਇਹੋ ਜਿਹੇ ਮਸਲਿਆਂ ਦੇ ਵਿੱਚ ਤੁਹਾਨੂੰ ਰੋਜ਼ਾ ਰੱਖ ਕੇ ਆਪਣੇ ਆਪ ਨੂੰ ਭਰਪੂਰੇ 'ਚ ਲਿਆ ਕੇ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਪਰ ਮੈਂ ਇਹ ਸਮਝਦਾ ਵੀ ਸਭ ਤੋਂ ਵੱਡੀ ਇਹ ਆ ਵੀ ਸਾਡੇ ਅੰਦਰ ਅਸੀਂ ਨਾ ਹੋਈਏ। ਜਦੋਂ ਤੱਕ ਅਸੀਂ ਆ ਤੇ ਫਿਰ ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ। ਜਦੋਂ ਅਸੀਂ ਇਹ ਕਹੀਏ ਵੀ ਮੈਂ ਤੇ ਕੁਛ ਨਹੀਂ, ਤੂੰ ਹੀ ਤੂੰ ਆ, ਤੇ ਫਿਰ ਜਿਹੜਾ ਕੰਮ ਆ ਉਹਦੇ ਸਾਹਮਣੇ ਇਹ ਕੋਈ ਕੰਮ ਮੁਸ਼ਕਲ ਨਹੀਂ ਹੈ। ਮੈਂ ਦੱਸਿਆ ਕਈ ਵਾਰੀ ਆਪਣੀ ਗਵਾਹੀਆਂ ਦੇ ਵਿੱਚ ਵੀ ਮੈਂ ਬਹੁਤ ਘੱਟ ਆ ਜਦੋਂ ਇਹ ਬਦਰੂ ਬਦਰਾ ਵਾਲਿਆਂ ਵਾਸਤੇ ਪ੍ਰਾਰਥਨਾ ਕੀਤੀ ਹੋਵੇ। ਵਚਨ ਸੁਣਦੇ ਹੀ ਬਦਰੂਆਂ ਨਿਕਲ ਜਾਂਦੀਆਂ ਸੀ। ਕਿਉਂਕਿ ਅਸੀਂ ਆਪਣੇ ਆਪ ਨੂੰ ਕਦੀ ਇਹਨਾਂ ਮਸਲਿਆਂ 'ਚ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ। ਇਹੋ ਜਿਹੇ ਚੱਕਰਾਂ ਦੇ ਵਿੱਚ ਅਸੀਂ ਕਦੀ ਮਹਿਮਾ ਲੈਣ ਦੀ ਵੀ ਕੋਸ਼ਿਸ਼ ਕੀਤੀ ਨਹੀਂ। ਅਸੀਂ ਕਦੀ ਇਹ ਦੁਆ ਵੀ ਨਹੀਂ ਕੀਤੀ ਪ੍ਰਭੂ ਜੀ ਸਾਡੇ ਦੁਆਰਾ ਮਰੀਜ਼ ਚੰਗੇ ਹੋ ਜਾਣ। ਅਸੀਂ ਤੇ ਇਹੀ ਦੁਆ ਕਰਦੇ ਪ੍ਰਭੂ ਜੀ ਤਾਂ ਆਪਣੇ ਵਚਨ ਦਾ ਗਿਆਨ ਦੇ, ਤਾਂ ਕਿ ਮਰੀਜ਼ ਬੇਸ਼ੱਕ ਮਰੀਜ਼ ਰਹਿ ਜਾਵੇ ਜਿਸਮ ਦੇ ਵਿੱਚ, ਪਰ ਉਹਦੀ ਰੂਹ ਮਰੀਜ਼ ਨਾ ਰਵੇ। ਕਿਉਂਕਿ ਮਸਲਾ ਤੇ ਹੈਗਾ ਸਾਰਾ ਰੂਹ ਦਾ। ਰੂਹ ਨਿਜਾਤ ਪਾ ਜਾਵੇ, ਜਿਸਮ ਬੇਸ਼ੱਕ ਗਲਿਆ ਵੀ ਰਹਿ ਜਾਵੇ ਸਾਰੇ ਜ਼ਿੰਦਗੀ, ਤਾਂ ਵੀ ਕੋਈ ਫਰਕ ਨਹੀਂ। ਬੈਠਾ ਸੀ ਨਾ ਅਮੀਰ ਆਦਮੀ ਦੇ ਘਰ ਦੇ ਬਾਹਰ, ਸਾਰੀ ਜ਼ਿੰਦਗੀ ਬੈਠਾ ਰਿਹਾ, ਹਾਂਜੀ, ਚੰਗਾ ਨਹੀਂ ਹੋਇਆ। ਤੇ ਅਸੀਂ ਲੋਕਾਂ 'ਚ ਕੀ ਦਾਅਵੇ ਕਰਦੇ ਹਾਂ? ਯਿਸੂ ਮਸੀਹ ਚੰਗਾ ਕਰਨ ਵਾਲਾ ਖੁਦਾ ਆ। ਤੇ ਨਾਸਤਿਕ ਬੰਦਾ ਕੀ ਚੈਲੰਜ ਕਰੂਗਾ? ਜੇ ਯਿਸੂ ਮਸੀਹ ਚੰਗਾ ਕਰਨ ਵਾਲਾ ਖੁਦਾ ਸੀ ਤੇ ਫਿਰ ਉਹਨੂੰ ਚੰਗਾ ਕਿਉਂ ਨਹੀਂ ਕੀਤਾ? ਤੇ ਉਹਦੇ ਬਾਰੇ ਦੱਸ ਵੀ ਕੌਣ ਰਿਹਾ? ਖੁਦ ਪ੍ਰਭੂ ਯਿਸੂ ਮਸੀਹ। ਤੇ ਸਾਨੂੰ ਕੀ ਸਮਝਾਉਣਾ ਚਾਹੁੰਦਾ ਪ੍ਰਭੂ ਯਿਸੂ ਮਸੀਹ? ਜ਼ਿਆਦਾ ਚੰਗਾਈਆਂ ਚੰਗੂਈਆਂ ਉੱਤੇ ਵੀ ਨਾ ਰਹੀਓ। ਇਹ ਤੇ ਮੈਂ ਆਪਣੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਜਦੋਂ ਮੇਰਾ ਦਿਲ ਕਰਦਾ ਮੈਂ ਕਰਦਾ ਹੀ ਹਾਂ। ਪਰ ਜੇ ਤੁਸੀਂ ਇਹਨੂੰ ਹਥਿਆਰ ਬਣਾਓ ਤੇ ਫਿਰ ਤੁਹਾਡੇ ਤੋਂ ਵੱਡਾ ਬੇਵਕੂਫ ਕੋਈ ਅੱਜ ਕੱਲ੍ਹ ਲੈ ਕੇ ਫਿਰਦੇ ਆ ਚੰਗਾਈਆਂ ਸਭਾਵਾਂ ਚੰਗੇ ਕਰਨ ਵਾਲੇ। ਉਹ ਇਕੱਲੀ ਇਸੇ ਚੀਜ਼ ਨਾਲ ਕੰਮ ਬਣਨ ਵਾਲਾ ਨਹੀਂ ਹੈ। ਪ੍ਰਭੂ ਯਿਸੂ ਮਸੀਹ ਆਪ ਦੱਸਦੇ ਆ ਕਿ ਇਹ ਵਕਤ ਦੇ ਉੱਤੇ ਉਹ ਆਪ ਆਪਣੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਕਰਦਾ ਰਹਿੰਦਾ। ਸਾਨੂੰ ਇਹਦੇ ਲਈ ਜ਼ਿਆਦਾ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਹੈ। ਉਹ ਘਰ ਦੇ ਬਾਹਰ ਹੀ ਪਿਆ ਰਿਹਾ ਸਾਰੀ ਜ਼ਿੰਦਗੀ। ਲਿਖਿਆ ਉਹ ਵੀ ਮਰ ਗਿਆ, ਬਿਮਾਰੀ 'ਚ ਮਰਿਆ ਨਾ, ਕਿ ਚੰਗਾ ਹੋ ਕੇ ਮਰਿਆ? ਭਾਈ ਬਰੂ ਜੀ, ਬਿਮਾਰੀ 'ਚ ਮਰਿਆ, ਚੰਗਾ ਹੋ ਕੇ ਮਰਿਆ? ਜਿਸਮ ਦੀ ਬਿਮਾਰੀ ਦੇ ਵਿੱਚ ਹੀ ਮਰਿਆ ਆ, ਜਿਸਮ ਦੀ ਲਾਚਾਰੀ ਦੇ ਵਿੱਚ ਹੀ ਮਰਿਆ ਆ, ਜਿਸਮ ਦੀ ਗਰੀਬੀ ਦੇ ਵਿੱਚ ਹੀ ਮਰਿਆ ਆ, ਕੰਗਾਲੀਪਨ ਦੇ ਵਿੱਚ ਹੀ ਮਰਿਆ ਆ। ਇਦਾਂ ਹੀ ਵਿਚਾਰਾ ਮਰ ਗਿਆ ਆ, ਲੇਕਿਨ ਸਵਾਗਤ ਹੋਇਆ ਫਰਿਸ਼ਤਿਆਂ ਦੇ ਦੁਆਰਾ। ਕਿੱਦਾਂ ਹੋਇਆ ਭਲਾ? ਸਵਾਗਤ ਹੋਇਆ ਫਰਿਸ਼ਤਿਆਂ ਦੇ ਦੁਆਰਾ। ਤੇ ਮਰ ਧਨੀ ਵੀ ਗਿਆ ਜਿਹੜਾ ਸਭ ਕੁਝ ਜਿਹਦੇ ਕੋਲ ਸੀਗਾ, ਹਨਾ। ਤੇ ਉਦੋਂ ਕਈ ਲੋਕੀ ਤੇ ਇਹ ਵੀ ਫਿਰ ਤੁਲਨਾ ਕਰਦੇ ਹੋਣਗੇ, ਇਹਨੇ ਜ਼ਰੂਰ ਕੋਈ ਨਾ ਕੋਈ ਪਾਪ ਕੀਤਾ ਹੋਣਾ, ਕੋਈ ਨਾ ਕੋਈ ਧਰਮ ਕੀਤਾ ਹੋਣਾ, ਕੋਈ ਨਾ ਕੋਈ ਇਹਦੇ ਵਿੱਚ ਜ਼ਰੂਰ ਕਮੀ ਹੋਣੀ ਹੈ, ਜਿਹੜਾ ਸਾਰੀ ਜ਼ਿੰਦਗੀ ਇਹ ਇਦਾਂ ਹੀ ਰਿਹਾ ਤੇ ਇਹਦੇ ਉੱਤੇ ਫਰਕ ਪਿਆ ਹੀ ਨਹੀਂ। ਤੇ ਕਈ ਲੋਕ ਇਹ ਵੀ ਕਹਿੰਦੇ ਨੇ ਉਹ ਜਿਹੜਾ ਅੰਦਰ ਬੈਠਾ ਨਾ ਉਹਨੇ ਕੋਈ ਚੰਗੇ ਕਰਮ ਕੀਤੇ ਆ, ਕੋਈ ਚੰਗਾ ਬੰਦਾ, ਤਾਂ ਕਰਕੇ ਸਾਰੀਆਂ ਸਹੂਲਤਾਂ ਦੇ ਨਾਲ ਪਰਮੇਸ਼ਵਰ ਨੇ ਨਵਾਜਿਆ ਹੋਇਆ। ਅੱਜ ਕਈ ਲੋਕ ਇਹਨਾਂ ਚੀਜ਼ਾਂ ਦੇ ਵੀ ਦਾਅਵੇ ਕਰਦੇ ਆ। ਤੁਹਾਡੇ ਪੱਲੇ ਕਹਿੰਦੇ ਕੀ ਆ? ਤੁਹਾਨੂੰ ਪਰਮੇਸ਼ਵਰ ਨੇ ਕੀ ਦਿੱਤਾ? ਸਾਡੇ ਵੱਲ ਦੇਖੋ, ਤੁਹਾਡੇ ਨਾਲ ਹਰ ਚੀਜ਼ 'ਚ ਅਸੀਂ ਕੀ ਆ ਭਲਾ? ਅੱਗੇ ਆ। ਤੁਹਾਡੇ ਨਾਲ ਧਨ ਦੌਲਤ 'ਚ ਅੱਗੇ ਆ, ਤੁਹਾਡੇ ਨਾਲ ਸੇਵਕਾਈ 'ਚ ਅੱਗੇ ਆ, ਤੁਹਾਡੇ ਨਾਲ ਕਲੀਸਿਆ 'ਚ ਅੱਗੇ ਆ, ਤੁਹਾਡੇ ਨਾਲ ਚਰਚਾਂ 'ਚ ਅੱਗੇ ਆ। ਹੁਣ ਦੇਖੋ ਨਾ, ਸਾਡੇ ਕੋਲ ਚਰਚ ਵੀ ਹੈ ਨਹੀਂ, ਅਗਲੇ ਕਿੱਡਾ ਵੱਡਾ ਚਰਚ ਲਾਏ ਬੈਠੇ ਆ। ਸਾਡੇ ਕੋਲ ਰਹਿਣ ਲਈ ਘਰ ਹੈ ਨਹੀਂ, ਉਹਨਾਂ ਚਰਚ ਵਾਲਿਆਂ ਵੱਲੋਂ ਹੀ ਘਰ ਵੀ ਮਿਲਿਆ ਹੋਇਆ। ਸਾਡੇ ਸਾਹਮਣੇ ਐਗਜ਼ਾਮਪਲ ਆ, ਹਾਂਜੀ। ਉਹਨਾਂ ਕੋਲ ਸਾਰੀਆਂ ਸਹੂਲਤਾਂ ਆ। ਤੇ ਨੰਗਣ ਵੜਨ ਵਾਲਾ ਤੇ ਇਹੀ ਕਹੂਗਾ ਨਾ ਵੀ ਤੁਹਾਡੇ ਪੱਲੇ ਕੀ ਆ, ਹਾਂਜੀ। ਇਹ ਹੁਣ ਉਹ ਬਣਾਉਣ ਵਾਲਾ ਜਾਣਦਾ ਵੀ ਸਾਡੇ ਪੱਲੇ ਕੀ ਹੈ, ਹਨਾ। ਇਹ ਇਦਾਂ ਹੀ ਫੈਸਲੇ ਹੋਣੇ ਫਿਰ ਜਦੋਂ ਉਹਨੇ ਫੈਸਲੇ ਕਰਨੇ ਆ। ਕਿਉਂਕਿ ਜਿਹਨਾਂ ਨੂੰ ਦੇ ਲਈ ਉਹਨੇ ਉਹ ਰੱਖਿਆ ਨਾ, ਉਹਨਾਂ ਦੇ ਲਈ ਫਿਰ ਇੱਥੇ ਬਹੁਤ ਘੱਟ ਰੱਖਿਆ। ਤੇ ਜਿਹਨਾਂ ਦੇ ਇੱਥੇ ਆ ਉਹ ਧਨੀ ਨੂੰ ਕੀ ਕਹਿੰਦਾ ਤੂੰ ਆਪਣੀਆਂ ਮੌਜਾਂ ਕਰਿਆ ਹੈ, ਹਨਾ। ਤੇਰੇ ਪੱਲੇ ਜਿੰਨੀਆਂ ਮੌਜਾਂ ਸੀ ਨਾ ਸੰਸਾਰ ਦੇ ਵਿੱਚ, ਉਹ ਤੂੰ ਕਰਿਆ ਹੈ। ਹੁਣ ਤੇਰੇ ਲਈ ਅੱਗੇ ਕਸ਼ਟ ਹੀ ਕਸ਼ਟ ਆ। ਇਹ ਸਿਰਫ ਦੁੱਖ ਦੇ ਵਿੱਚ ਹੀ ਰਹਿ ਕੇ ਆਇਆ।
ਇਸ ਲਈ ਹੁਣ ਇਹਦੇ ਅੱਗੇ ਹਮੇਸ਼ਾ ਦੀ ਜ਼ਿੰਦਗੀ ਤੇ ਅਨੰਤ ਜੀਵਨ ਪਿਆ ਹੈ, ਮੌਜ ਵਾਲੀ ਜ਼ਿੰਦਗੀ ਹੈ ਨਾ। ਸੋ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਅਨੁਸਾਰ ਉਹ ਬਿਮਾਰ ਹੀ ਰਿਹਾ, ਲਾਚਾਰ ਹੀ ਰਿਹਾ, ਕੰਗਾਲ ਹੀ ਰਿਹਾ, ਪਰ ਮਰ ਗਿਆ। ਫਿਰ ਕਿੱਥੇ ਗਿਆ ਉਹ? ਸੋ ਅਸੀਂ ਇਹਨਾਂ ਚੀਜ਼ਾਂ ਤੋਂ ਫਿਰ ਫੈਸਲਾ ਕਰ ਸਕਦੇ ਨਹੀਂ ਹੈ ਕਿ ਪਰਮੇਸ਼ਵਰ ਨੂੰ ਸਮਝਣਾ ਜਿਹੜਾ ਬੜਾ ਜ਼ਰੂਰੀ ਹੈ। ਇਸ ਲਈ ਲਿਖਿਆ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਭਰਪੂਰ ਹੋ ਜਾਓ। ਤੇ ਉਹਦੀ ਇੱਛਾ ਦੀ ਪਹਿਚਾਣ ਦੇ ਵਿੱਚ ਜਿਹੜਾ ਬੰਦਾ ਭਰਪੂਰ ਹੁੰਦਾ, ਫਿਰ ਇਹਨਾਂ ਬਰੀਕਿਆਂ ਦੇ ਉੱਤੇ ਗੌਰ ਕਰਦਾ ਹੈ, ਫਿਰ ਇਹਨਾਂ ਵੱਲ ਉਹ ਧਿਆਨ ਦਿੰਦਾ ਹੈ, ਫਿਰ ਇਹਨਾਂ ਦੇ ਉੱਤੇ ਉਹ ਮਨਨ ਕਰਦਾ ਹੈ ਤੇ ਪਰਮੇਸ਼ਵਰ ਦੀ ਇੱਛਾ ਨੂੰ ਜਾਣਨ ਦੀ ਕੋਸ਼ਿਸ਼ ਕਰਦਾ। ਸੋ ਧਨੀ ਜਿਹੜਾ ਸੀ ਉਹ ਵੀ ਮਰਿਆ ਤੇ ਕੰਗਾਲ ਵੀ ਮਰ ਗਿਆ, ਉਹ ਚੰਗਾ ਨਹੀਂ ਹੋਇਆ। ਉਹਦਾ ਚੰਗਾ ਨਾ ਹੋਣਾ ਸਾਡੇ ਲਈ ਬਹੁਤ ਇੱਕ ਵਧੀਆ ਨਸੀਹਤ ਛੱਡਦਾ ਆ ਕਿ ਇਸ ਸੰਸਾਰ ਦੇ ਵਿੱਚ ਬੇਸ਼ੱਕ ਤੁਹਾਨੂੰ ਤਕਲੀਫ ਆ, ਦੁੱਖ ਆ, ਪਰੇਸ਼ਾਨੀ ਆ, ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦਾ ਮੈਂ ਇਸ ਸੰਸਾਰ ਨੂੰ ਕੀ ਕੀਤਾ? ਜਿੱਤ ਲਿਆ। ਇਸ ਲਈ ਤੁਸੀਂ ਇਸ ਸੰਸਾਰ ਦੇ ਦੁੱਖ ਤਕਲੀਫਾਂ ਨੂੰ ਨਾ ਦੇਖੋ, ਬਲਕਿ ਤੁਹਾਡੇ ਉੱਤੇ ਜਿਹੜੀ ਦਇਆ ਹੋਣ ਵਾਲੀ ਆ ਉਹਨੂੰ ਦੇਖੋ। ਉਸ ਦਇਆ ਦੇ ਸਾਹਮਣੇ, ਉਸ ਜੀਵਨ ਦੇ ਸਾਹਮਣੇ ਇਸ ਸੰਸਾਰ 'ਚ ਮਿਲਣ ਵਾਲੀਆਂ ਦੁੱਖ ਤਕਲੀਫਾਂ ਕੁਛ ਵੀ ਮੈਂ ਨਹੀਂ ਰੱਖਦੀਆਂ। ਆਪਣੀ ਅੱਖਾਂ ਨੂੰ ਬੰਦ ਕਰਾਂਗੇ, ਸਿਰਾਂ ਝੁਕਾਵਾਂਗੇ, ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੇਰਾ ਸ਼ੁਕਰ ਹੋ, ਤੇਰਾ ਸ਼ੁਕਰ ਹੋ। ਧੰਨਵਾਦ ਹੋ, ਧੰਨਵਾਦ, ਧੰਨਵਾਦ। ਤੇਰਾ ਸ਼ੁਕਰ ਹੋ ਅੱਜ ਦੇ ਵਚਨ ਦੇ ਲਈ। ਸੱਚਮੁੱਚ ਤੁਸੀਂ ਆਪਣੇ ਲੋਕਾਂ ਨੂੰ ਆਤਮਿਕ ਬੁੱਧੀ ਦੇ ਨਾਲ, ਆਤਮਿਕ ਸਮਝ ਦੇ ਨਾਲ, ਆਤਮਿਕ ਗਿਆਨ ਦੇ ਨਾਲ ਭਰਪੂਰ ਕਰੋ, ਤਾਂ ਕਿ ਸਾਡੇ ਵਿੱਚ ਧੀਰਜ ਔਰ ਸਹਿਨਸ਼ੀਲਤਾ ਉਸੇ ਤਰ੍ਹਾਂ ਹੋਵੇ ਜਿਸ ਤਰ੍ਹਾਂ ਤੁਹਾਡੇ ਵਿੱਚ ਪਾਈ ਜਾਂਦੀ ਹੈ। ਅਸੀਂ ਬਹੁਤ ਜਲਦੀ ਟੁੱਟ ਜਾਂਦੇ ਹਾਂ, ਬਹੁਤ ਜਲਦੀ ਘਬਰਾ ਜਾਂਦੇ ਹਾਂ, ਬਹੁਤ ਜਲਦੀ ਮੋਰਚਾ ਛੱਡ ਦਿੰਦੇ ਹਾਂ, ਪਰ ਤੁਸੀਂ ਇਹ ਚਾਹੁੰਦੇ ਹੋ ਉਹੀ ਧੀਰਜ, ਉਹੀ ਸਹਿਨਸ਼ੀਲਤਾ ਤੁਹਾਡੇ ਲੋਕਾਂ ਦੇ ਵਿੱਚ ਹੋਵੇ, ਜਿਹੜੀ ਤੁਸੀਂ ਆਪ ਸਲੀਬ ਦੇ ਉੱਤੇ ਇੱਕ ਨਮੂਨਾ ਕਰਕੇ ਦਿਖਾਏ। ਆਪਣੇ ਉੱਤੇ ਥੁੱਕਣ ਵਾਲਿਆਂ ਨੂੰ ਤੁਸੀਂ ਮਾਫ ਕੀਤਾ, ਕੋੜੇ ਮਾਰਨ ਵਾਲਿਆਂ ਦੇ ਲਈ ਤੁਸੀਂ ਮਾਫੀ ਦਾ ਐਲਾਨ ਕੀਤਾ, ਆਪਣਾ ਮਜ਼ਾਕ ਉਡਾਉਣ ਵਾਲਿਆਂ ਦੇ ਲਈ ਤੁਸੀਂ ਮਾਫੀ ਦਾ ਐਲਾਨ ਕੀਤਾ। ਉਸੇ ਤਰ੍ਹਾਂ ਬਖਸ਼ ਪ੍ਰਭੂ, ਅਸੀਂ ਵੀ ਉਸੇ ਤਰ੍ਹਾਂ ਦੇ ਬਣ ਸਕੀਏ। ਹਾਲੇਲੂਇਆ, ਹਾਲੇਲੂਇਆ। ਤੇਰਾ ਸ਼ੁਕਰ, ਧੰਨਵਾਦ, ਧੰਨਵਾਦ। ਹਾਲੇਲੂਇਆ, ਹਾਲੇਲੂਇਆ। ਵਤਨ ਸਿਉਨ ਹੀ ਸਾਡਾ ਯਾਰੋ, ਵਤਨ ਸਿਉਨ ਹੀ ਸਾਡਾ ਯਾਰੋ, ਅਸਲ ਠਿਕਾਣਾ ਏ ਇੱਥੇ ਮਨ ਨਾ ਲਾਇਓ, ਆਇਓ ਅਸੀਂ ਸਰਗੀ ਜਾਣਾ ਏ, ਇੱਥੇ ਮਨ ਨਾ ਲਾਇਓ, ਆਇਓ ਅਸੀਂ ਸਰਗੀ ਜਾਣਾ। ਕਰ ਸਾਡਾ ਹੈ ਜਾਣਾ ਤੇ ਉਹ ਕਰ ਸਾਡਾ ਪਤਾ, ਇਹ ਕਰ ਸਾਡਾ ਹੈ ਜਾਣਾ ਤੇ ਉਹ ਕਰ ਸਾਡਾ ਪਤਾ। ਦੁਨੀਆ ਤੋਂ ਮੈਂ ਨਜ਼ਰ ਹਟਾ ਕੇ ਹੱਥ ਉਸ ਘਰ ਤੇ ਰੱਖਾਂ, ਦੁਨੀਆ ਤੋਂ ਮੈਂ उसे घर तेरा, मंजिल साडी जन्नत है ते, मंजिल साडी जन्नत है ते, तू निशाना ऐसे मनना असी सरगी जाना ऐसे मनना जग तेरा नहीं उस जग विच है
ਜੋ ਜਗ ਤੇਰਾ ਨਹੀਂ ਉਸ ਜਗ ਵਿੱਚ ਐਵੇਂ ਮਨ ਕਿਉਂ ਲਾਇਆ। ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਹੀ ਲੈ ਜਾਣਾ ਏ। ਇੱਥੇ ਮਨ ਨਾ ਲਾਇਓ ਸਵਰਗੀ ਜਾਣਾ ਏ। ਇੱਥੇ ਮਨ ਨਾ ਲਾਇਓ ਪਾਇਓ ਅਸੀਂ ਸਵਰਗੀ ਜਾਣਾ ਏ। ਸਵਰਗੀ ਜਾਣਾ ਏ ਅਸੀਂ, ਸਵਰਗੀ ਜਾਣਾ ਏ ਅਸੀਂ, ਸਵਰਗੀ ਜਾਣਾ ਏ। ਪਿਆਰੇ ਖੁਦਾਵੰਦ ਖੁਦਾ, ਤੇਰੇ ਵਚਨ ਦਾ ਜੋ ਬੀਜ ਇਹਨਾਂ ਜ਼ਿੰਦਗੀਆਂ 'ਚ ਬੀਜਿਆ ਗਿਆ ਖੁਦਾਵੰਦ, ਆਉਣ ਵਾਲੇ ਸਮੇਂ 'ਚ 100 ਗੁਣਾ ਫਲ ਲੈਵੇ ਖੁਦਾ। ਜਿਨ੍ਹਾਂ ਨੇ ਵੀ ਸੁਣਿਆ ਸਭਨਾਂ ਦੇ ਉੱਤੇ ਤੇਰੀ ਵੱਡੀ ਆਸ਼ੀਸ਼ ਮੰਗ ਲੈਂਦੇ ਆ। ਜੋ ਅੱਗੇ ਵੀ ਸੋਸ਼ਲ ਮੀਡੀਆ ਦੇ ਦੁਆਰਾ ਸੁਣੋ ਖੁਦਾਵੰਦ, ਉਹਨਾਂ ਸਭਨਾਂ ਦੇ ਉੱਤੇ ਤੇਰੀ ਵੱਡੀ ਕਿਰਪਾ ਨੂੰ ਮੰਗਦੇ ਹਾਂ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਵਿੱਚ, ਆਮੀਨ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜਰ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ, ਆਮੀਨ। ਹਾਲੇਲੂਇਆ।